प्यारे विद्यार्थियों, मैं संजीव शर्मा, साइंस मास्टर, सरकारी मिडल ਸਕੂਲ ਫੰਗਤੌਲੀ, ਜ਼ਿਲ੍ਹਾ ਪਠਾਨਕੋਟ ਤੋਂ ਅੱਜ ਦੇ ਆਨਲਾਈਨ ਲੈਕਚਰ ਦੇ ਵਿੱਚ ਆਪ ਜੀ ਦਾ ਸਵਾਗਤ ਕਰਦਾ ਹਾਂ। ਅੱਜ ਫਿਰ ਵਿਸ਼ਾ ਸਾਡਾ ਉਹੀ ਹੈ, ਵਿਗਿਆਨ ਦੀ ਪਾਠ ਪੁਸਤਕ ਦੀ ਜਮਾਤ 8ਵੀਂ, ਅਧਿਆਇ 2, ਸੂਖਮ ਜੀਵ, ਮਿੱਤਰ ਅਤੇ ਦੁਸ਼ਮਣ। ਵਿਦਿਆਰਥੀਓ, ਅਸੀਂ ਸਭ ਤੋਂ ਪਹਿਲਾਂ ਤਾਂ ਇਹ ਦੇਖਾਂਗੇ ਕਿ ਅਸੀਂ ਆਪਣੇ ਪਿਛਲੇ ਲੈਕਚਰ ਦੇ ਦੌਰਾਨ ਕੀ ਸਿੱਖਿਆ। ਅਸੀਂ ਸਿੱਖਿਆ ਕਿ ਸੂਖਮ ਜੀਵ ਕਿਹਨਾਂ ਨੂੰ ਕਹਿੰਦੇ ਹਨ, ਭਾਵ ਸੂਖਮ ਜੀਵਾਂ ਦੀ ਪਰਿਭਾਸ਼ਾ। ਫਿਰ ਅਸੀਂ ਸਿੱਖਿਆ ਕਿ ਸੂਖਮ ਜੀਵ ਕਿੱਥੇ ਰਹਿੰਦੇ ਹਨ। ਅਸੀਂ ਇਹ ਵੀ ਸਿੱਖਿਆ ਕਿ ਸੂਖਮ ਜੀਵਾਂ ਦੇ ਕਿੰਨੇ ਗਰੁੱਪ ਹੁੰਦੇ ਹਨ। ਤੁਹਾਨੂੰ ਯਾਦ ਹੀ ਹੋਵੇਗਾ ਕਿ ਸੂਖਮ ਜੀਵਾਂ ਦੇ 4 ਗਰੁੱਪ ਹੁੰਦੇ ਹਨ। ਫਿਰ ਅਸੀਂ ਪਿਛਲੇ ਲੈਕਚਰ ਦੇ ਵਿੱਚ ਇਹ ਵੀ ਸਿੱਖਿਆ ਸੀ ਕਿ ਸੂਖਮ ਜੀਵਾਂ ਦੇ ਕੀ ਲਾਭ ਹਨ। ਤੁਸੀਂ ਸੋਚੋ, ਤੁਹਾਨੂੰ ਯਾਦ ਹੋਵੇਗਾ ਕਿ ਸੂਖਮ ਜੀਵ ਦਹੀਂ ਜਮਾਉਣ ਦੇ ਵਿੱਚ ਮਦਦ ਕਰਦੇ ਹਨ, ਬੇਕਰੀ ਪ੍ਰੋਡਕਟ ਵਿੱਚ ਬਣਾਉਣ ਦੇ ਵਿੱਚ ਵੀ ਮਦਦ ਕਰਦੇ ਹਨ। ਫਿਰ ਅਸੀਂ ਸਿੱਖਿਆ ਸੀਗਾ ਕਿ ਖਮੀਰਨ ਕਿਰਿਆ ਕਿਸ ਨੂੰ ਕਿਹਾ ਜਾਂਦਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਅਸੀਂ ਆਪਣਾ ਲੈਕਚਰ ਅੱਗੇ ਵਧਾਵਾਂਗੇ। ਵਿਦਿਆਰਥੀਓ, ਹੁਣ ਅਸੀਂ ਦੇਖਾਂਗੇ ਕਿ ਇਸ ਪਾਠ ਦੇ ਜਾਂ ਲੈਕਚਰ ਦੇ ਮੁੱਖ ਉਦੇਸ਼ ਕੀ ਹਨ। ਇਸ ਲੈਕਚਰ ਨੂੰ ਪੜ੍ਹਨ ਤੋਂ ਬਾਅਦ ਜਾਂ ਇਸ ਲੈਕਚਰ ਦੇ ਖਤਮ ਹੋਣ ਤੋਂ ਉਪਰੰਤ ਅਸੀਂ ਹੇਠ ਲਿਖੀਆਂ ਕੁਝ ਗੱਲਾਂ ਜੋ ਸਕਰੀਨ ਦੇ ਉੱਤੇ ਦਿਖਾਈ ਦੇ ਰਹੀਆਂ ਹਨ, ਉਹਨਾਂ ਦਾ ਉੱਤਰ ਦੇਣ ਦੇ ਕਾਬਲ ਹੋ ਜਾਵਾਂਗੇ। ਜਿਵੇਂ ਕਿ ਪਹਿਲਾ ਹੈ, ਸੂਖਮ ਜੀਵਾਂ ਦੇ ਦਵਾਈਆਂ ਵਿੱਚ ਕੀ ਲਾਭ ਹਨ। ਦੂਸਰਾ ਹੈ, ਟੀਕਾਕਰਨ ਕੀ ਹੁੰਦਾ ਹੈ ਜਾਂ ਟੀਕਾ ਕਿਸ ਨੂੰ ਕਹਿੰਦੇ ਹਨ। ਫਿਰ ਇੱਕ ਹੋਰ ਸਾਡਾ ਮੁੱਖ ਉਦੇਸ਼ ਇਸ ਨਾਲ ਪੂਰਾ ਹੋਵੇਗਾ, ਉਹ ਇਹ ਹੈ ਕਿ ਭੂਮੀ ਦੀ ਉਪਜਾਊ ਸ਼ਕਤੀ ਵਿੱਚ ਕਿਵੇਂ ਵਾਧਾ ਹੋ ਸਕਦਾ ਹੈ। ਤੇ ਅੰਤਮ ਹੈ ਸਾਡਾ ਕਿ ਵਾਤਾਵਰਣ ਦੀ ਸਫਾਈ ਵਿੱਚ ਸਾਡੇ ਸੂਖਮ ਜੀਵ ਕਿਵੇਂ ਮਦਦ ਕਰ ਸਕਦੇ ਹਨ। ਪਿਆਰੇ ਵਿਦਿਆਰਥੀਓ, ਪਿਛਲੇ ਲੈਕਚਰ ਦੇ ਵਿੱਚ ਅਸੀਂ ਇੱਕ ਪੜ੍ਹਿਆ ਸੀ ਕਿ ਮਿੱਤਰ ਸੂਖਮ ਜੀਵ। ਇਹ ਮਿੱਤਰ ਸੂਖਮ ਜੀਵ ਕੀ ਹੁੰਦੇ ਹਨ? ਉਹ ਸੂਖਮ ਜੀਵ ਜਿਹੜੇ ਸਾਨੂੰ ਫਾਇਦਾ ਪਹੁੰਚਾਉਂਦੇ ਹਨ, ਜਿਹੜੇ ਸਾਡੇ ਲਈ ਲਾਭਕਾਰੀ ਹਨ, ਉਹਨਾਂ ਨੂੰ ਅਸੀਂ ਮਿੱਤਰ ਸੂਖਮ ਜੀਵ ਕਹਿੰਦੇ ਹਾਂ। ਅਸੀਂ ਵੇਖਾਂਗੇ ਕਿ ਸੂਖਮ ਜੀਵਾਂ ਦੇ ਸਾਡੀ ਜ਼ਿੰਦਗੀ ਦੇ ਵਿੱਚ ਕੀ ਲਾਭ ਹਨ। ਤਾਂ ਵਿਦਿਆਰਥੀਓ, ਸੂਖਮ ਜੀਵ ਦਵਾਈ ਬਣਾਉਣ ਦੇ ਕੰਮ ਆਉਂਦੇ ਹਨ। ਟੀਕਾਕਰਨ, ਜਿਹੜਾ ਛੋਟੇ ਬੱਚਿਆਂ ਨੂੰ ਟੀਕੇ ਲਗਾਏ ਜਾਂਦੇ ਹਨ ਨਾ ਬਿਮਾਰੀਆਂ ਤੋਂ ਬਚਣ ਲਈ, ਸੂਖਮ ਜੀਵ ਉਹਨਾਂ ਨੂੰ ਬਣਾਉਣ ਦੇ ਕੰਮ ਵੀ ਆਉਂਦੇ ਹਨ। ਜੇ ਭੂਮੀ ਦੀ ਉਪਜਾਊ ਸ਼ਕਤੀ ਵਧਾਉਣੀ ਹੋਵੇ ਤਾਂ ਉਸ ਲਈ ਵੀ ਸੂਖਮ ਜੀਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੈਵਿਕ ਪਦਾਰਥਾਂ ਦੇ ਵਿਘਟਨ ਦੇ ਕਾਰਨ ਵੀ ਸੂਖਮ ਜੀਵ ਇਸ ਵਾਤਾਵਰਣ ਦੀ ਸਫਾਈ ਕਰਦੇ ਹਨ। ਸੋ ਸੂਖਮ ਜੀਵਾਂ ਦੇ ਕੁੱਲ ਮਿਲਾ ਕੇ 4 ਲਾਭ ਹਨ: ਦਵਾਈ ਬਣਾਉਣਾ, ਟੀਕਾਕਰਨ, ਭੂਮੀ ਦੀ ਉਪਜਾਊ ਸ਼ਕਤੀ ਵਧਾਉਣਾ ਅਤੇ ਵਾਤਾਵਰਣ ਦੀ ਸਫਾਈ ਕਰਨਾ। ਵਿਦਿਆਰਥੀਓ, ਹੁਣ ਇੱਕ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਕਿ ਸੂਖਮ ਜੀਵਾਂ ਦੀ ਦਵਾਈ ਦੇ ਵਜੋਂ ਕਿਵੇਂ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਆਓ ਦੇਖੀਏ ਇਹ ਵੀਡੀਓ ਕੀ ਕਹਿੰਦਾ ਹੈ। ਵਿਦਿਆਰਥੀਓ, ਕੀ ਤੁਸੀਂ ਜਾਣਦੇ ਹੋ, ਜਦੋਂ ਤੁਸੀਂ ਬਿਮਾਰ ਪੈਂਦੇ ਹੋ ਤਾਂ ਤੁਹਾਡੇ ਮਾਤਾ ਪਿਤਾ ਤੁਹਾਨੂੰ ਡਾਕਟਰ ਕੋਲ ਲੈ ਕੇ ਜਾਂਦੇ ਹਨ। ਉਹ ਡਾਕਟਰ ਤੁਹਾਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਦਿੰਦਾ ਹੈ। ਇਹਨਾਂ ਦਵਾਈਆਂ ਦੇ ਵਿੱਚ ਕੁਝ ਗੋਲੀਆਂ ਹੋ ਸਕਦੀਆਂ ਹਨ, ਕੁਝ ਕੈਪਸੂਲ ਹੋ ਸਕਦੇ ਹਨ, ਜਾਂ ਕਈ ਵਾਰ ਇਹ ਦਵਾਈਆਂ ਟੀਕੇ ਦੇ ਰੂਪ ਦੇ ਵਿੱਚ ਵੀ ਹੁੰਦੀਆਂ ਹਨ। ਸ਼ਾਇਦ ਹੀ ਤੁਹਾਨੂੰ ਪਤਾ ਹੋਵੇ ਕਿ ਇਹ ਸਾਰੀਆਂ ਦਵਾਈਆਂ ਸੂਖਮ ਜੀਵਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਜਦੋਂ ਅਸੀਂ ਇਹ ਦਵਾਈਆਂ ਖਾਂਦੇ ਹਾਂ ਤਾਂ ਜਾਣਦੇ ਹੋ ਇਹ ਸਾਡੇ ਸਰੀਰ ਦੇ ਅੰਦਰ ਕੀ ਕੰਮ ਕਰਦੀਆਂ ਹਨ। ਇਹ ਸਾਡੇ ਸਰੀਰ ਦੇ ਅੰਦਰ ਜਾ ਕੇ ਬਿਮਾਰੀ ਦੇ ਕਾਰਨ ਪੈਦਾ ਹੋਏ ਸੂਖਮ ਜੀਵਾਂ ਦੇ ਵਾਧੇ ਨੂੰ ਜਾਂ ਤਾਂ ਰੋਕ ਦਿੰਦੀਆਂ ਹਨ ਜਾਂ ਬਿਲਕੁਲ ਹੀ ਖਤਮ ਕਰ ਦਿੰਦੀਆਂ ਹਨ। ਇਹਨਾਂ ਦਵਾਈਆਂ ਨੂੰ
ਪ੍ਰਤੀਜੈਵਿਕ ਦਵਾਈਆਂ ਵੀ ਕਿਹਾ ਜਾਂਦਾ ਹੈ। ਤੁਸੀਂ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਵੀ ਸੁਣਿਆ ਹੋਵੇਗਾ ਲੋਕਾਂ ਨੂੰ ਇਹ ਕਹਿੰਦੇ ਹੋਏ ਕਿ ਐਂਟੀਬਾਇਓਟਿਕ ਖਾਧਾ। ਇਹ ਐਂਟੀਬਾਇਓਟਿਕ ਹੋਰ ਕੁਝ ਨਹੀਂ, ਪ੍ਰਤੀਜੈਵਿਕ ਦਵਾਈਆਂ ਹਨ ਅਤੇ ਸੂਖਮ ਜੀਵਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਸੋ ਸੂਖਮ ਜੀਵਾਂ ਦਾ ਇੱਕ ਬਹੁਤ ਹੀ ਵੱਡਾ ਫਾਇਦਾ ਹੈ ਜਾਂ ਲਾਭ ਹੈ ਕਿ ਸਾਨੂੰ ਦਵਾਈਆਂ ਪ੍ਰਾਪਤ ਹੁੰਦੀਆਂ ਹਨ, ਪ੍ਰਤੀਜੈਵਿਕ ਦਵਾਈਆਂ। ਕੁਛ ਇੱਕ ਆਮ ਤੌਰ ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਹਨ, ਅਜਿਥਰੋਮਾਈਸਿਨ, ਪੈਨਸਲਿਨ, ਟੈਟਰਾਸਾਈਕਲਿਨ, ਹੋਰ ਵੀ ਕਈ ਤਰ੍ਹਾਂ ਦੀਆਂ ਦਵਾਈਆਂ ਡਾਕਟਰ ਵੱਲੋਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਓ, ਇਹ ਪ੍ਰਤੀਜੈਵਿਕ ਦਵਾਈਆਂ ਤਿਆਰ ਕਿਵੇਂ ਕੀਤੀਆਂ ਜਾਂਦੀਆਂ ਹਨ? ਇਹਨਾਂ ਨੂੰ ਤਿਆਰ ਕਰਨ ਲਈ ਕੁਝ ਖਾਸ ਕਿਸਮ ਦੇ ਸੂਖਮ ਜੀਵਾਂ ਦਾ ਕਲਚਰ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਉਹਨਾਂ ਤੋਂ ਇਹ ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਹਨਾਂ ਦਵਾਈਆਂ ਦੀ ਵਰਤੋਂ ਬਹੁਤ ਸਾਰੇ ਰੋਗਾਂ ਦੇ ਇਲਾਜ ਦੇ ਵਿੱਚ ਕੀਤਾ ਜਾਂਦੀ ਹੈ। ਪੌਦਿਆਂ ਦੇ ਵਿੱਚ, ਪਸ਼ੂਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਵੀ ਇਹਨਾਂ ਪ੍ਰਤੀਜੈਵਿਕ ਦਵਾਈਆਂ ਦਾ ਯੂਜ਼ ਕੀਤਾ ਜਾਂਦਾ ਹੈ। ਜਿਵੇਂ ਪੋਲਟਰੀ ਦੇ ਵਿੱਚ ਵੀ ਮੁਰਗਿਆਂ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਨਾ ਹੋ ਜਾਏ, ਉਸ ਲਈ ਵੀ ਪ੍ਰਤੀਜੈਵਿਕ ਦਵਾਈਆਂ ਵਰਤੀਆਂ ਜਾਂਦੀਆਂ ਹਨ। ਸੋ ਅਸੀਂ ਜਾਣ ਗਏ ਹਾਂ ਕਿ ਪ੍ਰਤੀਜੈਵਿਕ ਦਵਾਈਆਂ ਦਾ ਕਿੰਨਾ ਲਾਭ ਹੈ। ਇੱਥੇ ਅਸੀਂ ਬਹੁਤ ਚੰਗੀ ਤਰ੍ਹਾਂ ਕਹਿ ਸਕਦੇ ਹਾਂ ਕਿ ਪ੍ਰਤੀਜੈਵਿਕ ਦਵਾਈਆਂ ਸੂਖਮ ਜੀਵਾਂ ਤੋਂ ਤਿਆਰ ਹੁੰਦੀਆਂ ਹਨ। ਇਸ ਲਈ ਸੂਖਮ ਜੀਵ ਸਾਡੇ ਮਿੱਤਰ ਹਨ ਜੋ ਕਿ ਸਾਨੂੰ ਰੋਗ ਮੁਕਤ ਰਹਿਣ ਦੇ ਵਿੱਚ ਮਦਦ ਕਰਦੇ ਹਨ। ਨਾ ਸਿਰਫ ਸਾਨੂੰ ਬਲਕਿ ਪੇੜ ਪੌਦਿਆਂ ਨੂੰ ਵੀ ਤੇ ਹੋਰ ਪੋਲਟਰੀ ਦੇ ਵਿੱਚ ਵੀ ਜੀਵ ਜੰਤੂਆਂ ਨੂੰ ਵੀ, ਗਾਵਾਂ ਨੂੰ ਵੀ, ਇਹ ਸਾਰਿਆਂ ਨੂੰ ਸਹੀ ਰੱਖਣਾ ਜਾਂ ਤੰਦਰੁਸਤ ਰੱਖਣ ਦੇ ਵਿੱਚ ਪ੍ਰਤੀਜੈਵਿਕ ਦਵਾਈਆਂ ਜਾਂ ਐਂਟੀਬਾਇਓਟਿਕ ਦਵਾਈਆਂ ਮਦਦ ਕਰਦੀਆਂ ਹਨ। ਵਿਦਿਆਰਥੀਓ, ਤੁਸੀਂ ਟੈਲੀਵਿਜ਼ਨ ਦੇ ਵਿੱਚ ਇੱਕ ਇਸ਼ਤਿਹਾਰ ਦੇਖੇ ਹੋਣੇ ਆ ਜਿਸ ਦੇ ਵਿੱਚ ਇੱਕ ਔਰਤ ਬੱਚੇ ਨੂੰ ਚੁੱਕੀ ਜਾਂਦੀ ਹੁੰਦੀ ਹੈ ਤੇ ਉਸ ਨੂੰ ਦੂਸਰੀ ਔਰਤ ਪੁੱਛਦੀ ਹੈ ਕਿ ਤੂੰ ਕਿੱਥੇ ਜਾ ਰਹੀ ਹੈ। ਤਾਂ ਪਹਿਲੀ ਔਰਤ ਜਵਾਬ ਦਿੰਦੀ ਹੈ ਕਿ ਮੈਂ ਆਪਣੇ ਮੁੰਨੇ ਨੂੰ ਜਾਂ ਆਪਣੇ ਬੱਚੇ ਨੂੰ ਟੀਕਾ ਲਵਾਉਣ ਜਾ ਰਹੀ ਹਾਂ। ਕੁਝ ਇਸ਼ਤਿਹਾਰ ਦੇਖੇ ਹੋਣੇ ਹਨ ਜਿਨ੍ਹਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਪਲਸ ਪੋਲੀਓ ਦੀਆਂ ਬੂੰਦਾਂ ਪਿਆਈਆਂ ਜਾਣ। ਤੁਸੀਂ ਵੀ ਆਪਣੇ ਬਚਪਨ ਦੇ ਵਿੱਚ ਇਹ ਟੀਕੇ ਜਾਂ ਬੂੰਦਾਂ ਪੀਤੀਆਂ ਹੋਣੀਆਂ। ਤੁਹਾਡੇ ਛੋਟੇ ਭਰਾਵਾਂ ਭੈਣਾਂ ਨੂੰ ਵੀ ਤੁਹਾਡੇ ਮਾਤਾ ਜੀ ਜਾਂ ਪਿਤਾ ਜੀ ਸਰਕਾਰੀ ਹਸਪਤਾਲ ਜਾਂ ਡਾਕਟਰ ਕੋਲ ਲੈ ਕੇ ਜਾਂਦੇ ਹੋਣਗੇ ਔਰ ਤੁਸੀਂ ਡਰਦੇ ਵੀ ਰਹਿੰਦੇ ਹੋਣੇ ਉਹਨਾਂ ਟੀਕਿਆਂ ਤੋਂ। ਕਹਿੰਦੇ ਹੋਣੇ ਕਿ ਮੈਂ ਟੀਕਾ ਨਹੀਂ ਲਗਵਾਉਣਾ, ਦਰਦ ਕਰਦਾ ਹੈ। ਫਿਰ ਤੁਹਾਡੇ ਪਿਤਾ ਜੀ ਜਾਂ ਮਾਤਾ ਜੀ ਇਹ ਕਹਿੰਦੇ ਹਨ ਜਾਂ ਡਾਕਟਰ ਸਾਹਿਬ ਇਹ ਕਹਿੰਦੇ ਹਨ ਕਿ ਬੇਟਾ ਇੱਕ ਵਾਰੀ ਲਗਵਾਇਆ ਟੀਕਾ ਤੈਨੂੰ ਸਾਰੀ ਉਮਰ ਇਹ ਬਿਮਾਰੀਆਂ ਤੋਂ ਬਚਾ ਕੇ ਰੱਖੇਗਾ। ਫਿਰ ਉਹ ਬਿਮਾਰੀਆਂ ਦੇ ਨਾਂ ਵੀ ਗਿਣਾਉਂਦੇ ਹਨ ਜਿਵੇਂ ਪੋਲੀਓ, ਚੇਚਕ, ਤਪੇਦਿਕ, ਹੈਪੇਟਾਈਟਸ, ਹੋਰ ਵੀ ਪਤਾ ਨਹੀਂ ਕਿਹੜੀਆਂ ਕਿਹੜੀਆਂ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਤੁਸੀਂ ਫਿਰ ਸਾਰੀ ਉਮਰ ਇਹਨਾਂ ਬਿਮਾਰੀਆਂ ਤੋਂ ਲਗਭਗ ਬਚੇ ਰਹਿੰਦੇ ਹੋ। ਜਾਣਦੇ ਹੋ, ਸੂਖਮ ਜੀਵ ਵੀ ਇਹਨਾਂ ਦਵਾਈਆਂ ਨੂੰ ਤਿਆਰ ਕਰਨ ਦੇ ਵਿੱਚ ਸਾਡੀ ਮਦਦ ਕਰਦੇ ਹਨ। ਇਹ ਸਾਰੀਆਂ ਦਵਾਈਆਂ ਸੂਖਮ ਜੀਵਾਂ ਤੋਂ ਤਿਆਰ ਹੁੰਦੀਆਂ ਹਨ। ਸਾਡਾ ਸਰੀਰ ਕਿਵੇਂ ਲੜਦਾ ਹੈ ਇਹਨਾਂ ਦੇ ਨਾਲ? ਸੋ ਵਿਦਿਆਰਥੀਓ, ਤੁਸੀਂ ਸੋਚ ਰਹੇ ਹੋਗੇ ਕਿ ਸਾਡਾ ਸਰੀਰ ਇਹਨਾਂ ਦੇ ਨਾਲ ਲੜਦਾ ਕਿਵੇਂ ਹੈ। ਇਹ ਸਾਰੀ ਚੀਜ਼ਾਂ ਨੂੰ ਸਮਝਣ ਦੇ ਲਈ ਸਾਨੂੰ ਸਰੀਰ ਦੇ ਬਾਰੇ ਥੋੜ੍ਹਾ ਜਿਹਾ ਸਮਝਣਾ ਪਵੇਗਾ। ਜਦੋਂ ਵੀ ਸਾਡੇ ਸਰੀਰ ਦੇ ਅੰਦਰ ਕੋਈ ਬਿਮਾਰੀ ਪੈਦਾ ਕਰਨ ਵਾਲੇ ਜੀਵਾਣੂ ਦਾਖਲ ਹੁੰਦੇ ਹਨ ਤਾਂ ਸਾਡਾ ਸਰੀਰ ਉਹਨਾਂ ਦੇ ਨਾਲ ਲੜਨ ਦੇ ਲਈ ਐਂਟੀਬਾਡੀਜ਼ ਪੈਦਾ ਕਰਦਾ ਹੈ। ਮੈਂ ਦੁਬਾਰਾ ਕਹਿ ਰਿਹਾ ਹਾਂ, ਧਿਆਨ ਨਾਲ ਸੁਣਨਾ ਹੈ, ਇਹਨੂੰ ਸਮਝਣਾ ਹੈ ਕਿ ਜਦੋਂ ਵੀ ਸਾਡੇ ਸਰੀਰ ਦੇ ਅੰਦਰ ਰੋਗ ਪੈਦਾ ਕਰਨ ਵਾਲੇ ਜਾਂ ਬਿਮਾਰੀ ਪੈਦਾ ਕਰਨ ਵਾਲੇ ਜੀਵਾਣੂ ਦਾਖਲ ਹੁੰਦੇ ਹਨ ਤਾਂ ਸਾਡਾ ਸਰੀਰ ਉਹਨਾਂ ਦੇ ਨਾਲ ਲੜਨ ਦੇ ਲਈ ਐਂਟੀਬਾਡੀਜ਼ ਪੈਦਾ ਕਰਦਾ ਹੈ। ਸਾਡੇ ਸਰੀਰ ਦੀ ਇੱਕ ਹੋਰ ਖਾਸੀਅਤ ਵੀ ਹੈ ਕਿ ਫਿਰ ਇਸ ਤੋਂ ਬਾਅਦ ਇਹ ਹਮੇਸ਼ਾ ਯਾਦ ਰੱਖਦਾ ਹੈ ਕਿ ਉਹਨਾਂ ਰੋਗ ਪੈਦਾ ਕਰਨ ਵਾਲੇ ਜੀਵਾਣੂਆਂ ਨਾਲ
ਕਿਸ ਤਰ੍ਹਾਂ ਲੜਿਆ ਜਾਣਾ ਹੈ। ਉਹ ਟੀਕਾਕਰਨ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। ਜਦੋਂ ਵੀ ਇੱਕ ਤੰਦਰੁਸਤ ਸਰੀਰ ਦੇ ਅੰਦਰ ਮਰੇ ਹੋਏ ਜਾਂ ਕਮਜ਼ੋਰ ਜੀਵਾਣੂ ਦਾਖਲ ਕਰਵਾਏ ਜਾਂਦੇ ਹਨ ਤਾਂ ਸਾਡਾ ਸਰੀਰ ਉਹਨਾਂ ਦੇ ਅਨੁਸਾਰ, ਸਮਝ ਰਹੇ ਹੋ, ਕਿ ਜਦੋਂ ਵੀ ਸਾਡੇ ਸਰੀਰ ਦੇ ਅੰਦਰ ਮਰੇ ਹੋਏ ਜਾਂ ਕਮਜ਼ੋਰ ਜੀਵਾਣੂ ਦਾਖਲ ਕਰਵਾਏ ਜਾਂਦੇ ਹਨ ਤਾਂ ਸਾਡਾ ਸਰੀਰ ਉਹਨਾਂ ਦੇ ਅਨੁਸਾਰ ਐਂਟੀਬਾਡੀਜ਼ ਤਿਆਰ ਕਰਦਾ ਹੈ, ਲੜਦਾ ਹੈ ਅਤੇ ਉਹਨਾਂ ਨੂੰ ਮਾਰ ਦਿੰਦਾ ਹੈ। ਪਰ ਇਹ ਐਂਟੀਬਾਡੀਜ਼ ਸਾਡੇ ਸਰੀਰ ਦੇ ਅੰਦਰ ਹੀ ਰਹਿੰਦੇ ਹਨ ਅਤੇ ਜਦੋਂ ਸਾਨੂੰ ਇੱਕ ਵਾਰੀ ਛੋਟੇ ਹੁੰਦੇ ਟੀਕਾ ਲੱਗ ਜਾਂਦਾ ਹੈ ਤਾਂ ਅਸੀਂ ਸਾਰੀ ਉਮਰ ਰੋਗਾਂ ਤੋਂ ਬਚੇ ਰਹਿੰਦੇ ਹਾਂ। ਇਸ ਨੂੰ ਟੀਕਾਕਰਨ ਕਿਹਾ ਜਾਂਦਾ ਹੈ। ਟੀਕਾਕਰਨ ਦੇ ਕਾਰਨ ਹੀ ਪੋਲੀਓ ਦੇ ਕੇਸ ਨਾਮਾਤਰ ਰਹਿ ਗਏ ਹਨ। ਚੇਚਕ ਸਾਡੇ ਸਾਰੇ ਸਰੀਰ ਦੀ, ਸਾਰੇ ਹੀ ਵਿਸ਼ਵ ਦੇ ਵਿੱਚੋਂ ਦੀ ਜਾਂ ਸੰਸਾਰ ਦੇ ਵਿੱਚੋਂ ਦੀ ਖਤਮ ਹੋ ਚੁੱਕੀ ਹੈ। ਸੋ ਸੂਖਮ ਜੀਵ ਸਾਡੇ ਮਿੱਤਰ ਹਨ। ਕਿਉਂਕਿ ਇਹ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਹਨ ਔਰ ਐਸੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਹਨ ਜਿਹੜੀਆਂ ਕਿ ਸਾਨੂੰ ਪੂਰੀ ਜ਼ਿੰਦਗੀ ਲਈ ਅਪੰਗ ਕਰ ਸਕਦੀਆਂ ਹਨ ਜਾਂ ਅਪਾਹਜ ਕਰ ਸਕਦੀਆਂ ਹਨ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਸਮਝ ਲਿਆ ਚੰਗੀ ਤਰ੍ਹਾਂ ਕਿ ਟੀਕਾਕਰਨ ਦੀ ਕੀ ਲੋੜ ਹੈ ਅਤੇ ਇਸ ਦੇ ਸਾਨੂੰ ਕੀ ਫਾਇਦੇ ਹਨ। ਅਸੀਂ ਸਾਰੀ ਉਮਰ ਬਿਮਾਰੀਆਂ ਤੋਂ ਬਚ ਕੇ ਰਹਿ ਸਕਦੇ ਹਾਂ। ਸਾਡੇ ਭਰਾ ਭੈਣ ਸਾਰੇ ਹੀ ਬਿਮਾਰੀਆਂ ਤੋਂ ਬਚ ਕੇ ਰਹਿ ਸਕਦੇ ਹਨ। ਇਸ ਲਈ ਮੇਰੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਸਾਰਿਆਂ ਨੂੰ ਸਮਝਾਉਣਾ ਵੀ ਹੈ ਕਿ ਛੋਟੇ ਹੁੰਦੇ ਹੋਈ ਬੱਚਿਆਂ ਨੂੰ ਟੀਕੇ ਜ਼ਰੂਰ ਲਗਵਾਓ। ਜੇ ਕਿਤੇ ਪਲਸ ਪੋਲੀਓ ਦਾ ਕੈਂਪ ਲੱਗਦਾ ਹੈ ਤਾਂ ਆਪਣੇ ਛੋਟੇ ਬੱਚਿਆਂ ਨੂੰ ਉੱਥੇ ਜਾ ਕੇ ਲੈ ਕੇ ਬੂੰਦਾਂ ਵੀ ਪਿਆਓ ਤਾਂ ਕਿ ਉਹ ਅਪੰਗ ਨਾ ਹੋ ਜਾਣ ਅਤੇ ਆਪਣੇ ਇਸ ਦੇਸ਼ ਦੀ ਜੋ ਵਾਧਾ ਹੈ ਜਾਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਉਸ ਦੇ ਵਿੱਚ ਵੀ ਉਹ ਆਪਣਾ ਯੋਗਦਾਨ ਪਾਉਣ ਅਤੇ ਆਪਣੀ ਜ਼ਿੰਦਗੀ ਸਾਰੀ ਭਲੀ ਭਾਂਤੀ ਜਾਂ ਸੁਖੀ ਸਾਂਦੀ ਜੀ ਸਕਣ। ਸੋ ਟੀਕਾਕਰਨ ਬਹੁਤ ਜ਼ਰੂਰੀ ਹੈ ਔਰ ਤੁਸੀਂ ਜਾਣ ਲਿਆ ਕਿ ਸੂਖਮ ਜੀਵਾਂ ਦਾ ਸਾਡੇ ਜੀਵਨ ਦੇ ਵਿੱਚ ਕਿੰਨਾ ਮਹੱਤਵ ਹੈ। ਟੀਕੇ ਲਗਵਾਓ, ਆਪਣੀ ਜ਼ਿੰਦਗੀ ਨੂੰ ਸੁਖ ਸਾਂਦੀ ਬਣਾਓ ਜਾਂ ਹੈਲਦੀ ਬਣਵਾਓ। ਹਾਂ ਵਿਦਿਆਰਥੀਓ, ਇੱਥੇ ਮੈਂ ਇਹ ਦੱਸਣਾ ਭੁੱਲ ਹੀ ਗਿਆ ਕਿ ਪਸ਼ੂ ਵੀ ਸਾਡੇ ਹੀ ਜੀਵਨ ਦਾ ਇੱਕ ਅਭਿੰਨ ਅੰਗ ਹਨ। ਟੀਕਾਕਰਨ ਦੇ ਨਾਲ ਪਸ਼ੂਆਂ ਨੂੰ ਵੀ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਅੱਜ ਕੱਲ੍ਹ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਵੱਖ-ਵੱਖ ਟੀਕੇ ਤਿਆਰ ਕਰ ਰਹੀਆਂ ਹਨ। ਸੋ ਅਗਰ ਤੁਹਾਡੇ ਮਾਤਾ ਪਿਤਾ ਨੂੰ ਪਸ਼ੂਆਂ ਦੇ ਬਾਰੇ, ਟੀਕਿਆਂ ਦੇ ਬਾਰੇ ਨਹੀਂ ਪਤਾ ਹੈ ਤਾਂ ਤੁਸੀਂ ਉਹਨਾਂ ਦੇ ਵਿੱਚ ਵੀ ਚੇਤਨਾ ਪੈਦਾ ਕਰਨੀ ਹੈ, ਉਹਨਾਂ ਨੂੰ ਵੀ ਜਾਣਕਾਰੀ ਦੇਣੀ ਹੈ ਕਿ ਜੋ ਪਸ਼ੂ ਅਸੀਂ ਘਰ ਦੇ ਵਿੱਚ ਪਾਲੇ ਹੋਏ ਹਨ ਉਹਨਾਂ ਨੂੰ ਵੀ ਸਮੇਂ-ਸਮੇਂ ਤੇ ਟੀਕੇ ਲਗਵਾਏ ਜਾਣ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਰੋਗ ਉਹਨਾਂ ਨੂੰ ਨਾ ਹੋਵੇ। ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਵਿੱਚ ਸੂਖਮ ਜੀਵ ਕਿਵੇਂ ਮਦਦ ਕਰਦੇ ਹਨ ਜਾਂ ਇਹ ਕਿਵੇਂ ਸਹਾਈ ਹੋ ਸਕਦੇ ਹਨ, ਆਓ ਇੱਕ ਵੀਡੀਓ ਦੇ ਰਾਹੀਂ ਅਸੀਂ ਇਹ ਸਿੱਖੀਏ। ਪਰ ਤੁਸੀਂ ਧਿਆਨ ਰੱਖਣਾ ਹੈ ਆਪਣੀ ਨੋਟਬੁੱਕ ਦੇ ਵਿੱਚ ਇਹ ਸਾਰੇ ਮਹੱਤਵਪੂਰਨ ਤੱਥਾਂ ਨੂੰ ਨੋਟ ਵੀ ਕਰਦੇ ਜਾਣਾ ਹੈ। ਵਿਦਿਆਰਥੀਓ, ਕੀ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਦੀ ਜਨਸੰਖਿਆ ਕਿੰਨੀ ਹੈ? ਹੈਰਾਨ ਹੋ ਗਏ ਹੋਣੇ ਤੁਸੀਂ ਵੀ ਕਿ ਮੈਂ ਪਾਠ ਤੇ ਸੂਖਮ ਜੀਵਾਂ ਦਾ ਪੜ੍ਹਾ ਰਿਹਾ ਸੀ ਤੇ ਵਿਚਕਾਰ ਦੇਸ਼ ਦੀ ਜਨਸੰਖਿਆ ਕਿੱਥੋਂ ਆ ਗਈ। ਵੈਸੇ ਜਨਰਲ ਨੌਲੇਜ ਲਈ ਪੁੱਛਿਆ ਤੁਹਾਡੇ, ਜੇ ਨਹੀਂ ਪਤਾ ਤਾਂ ਅੱਜ ਦਾ ਇੱਕ ਕੰਮ ਇਹ ਵੀ ਰੱਖ ਲਓ, ਕਿਤੋਂ ਵੀ ਪਤਾ ਕਰੋ ਕਿ ਸਾਡੇ ਦੇਸ਼ ਦੀ ਜਨਸੰਖਿਆ ਕਿੰਨੀ ਹੈ। ਪਰ ਤੁਹਾਨੂੰ ਹਿੰਟ ਦੇ ਦੇਣਾ ਕਿ ਅਸੀਂ ਪੂਰੇ ਵਿਸ਼ਵ ਦੇ ਵਿੱਚ ਜਨਸੰਖਿਆ ਦੇ ਹਿਸਾਬ ਦੇ ਨਾਲ ਦੂਸਰੇ ਨੰਬਰ ਤੇ ਹਾਂ। ਸਾਡੀ ਜਨਸੰਖਿਆ ਅਰਬਾਂ 'ਚ ਹੈ। ਹੁਣ ਮੈਂ ਕਿਉਂ ਕਹਿ ਰਿਹਾ ਤੁਹਾਨੂੰ ਇਹ ਸਾਰਾ ਕੁਝ? ਬੜਾ ਇੱਕ ਸਧਾਰਨ ਜਿਹਾ ਕਾਰਨ ਹੈ। ਜੇ ਇੰਨੀ ਸਾਰੀ ਜਨਸੰਖਿਆ ਹੈ ਤਾਂ ਇਸ ਜਨਸੰਖਿਆ ਦਾ ਪੇਟ ਭਰਨ ਦੇ ਲਈ ਭੋਜਨ ਦੀ ਵੀ ਤਾਂ ਲੋੜ ਹੋਵੇਗੀ।
ਭੋਜਨ ਥੋੜਾ ਵੀ ਨਹੀਂ, ਬਹੁਤ ਸਾਰੇ ਭੋਜਨ ਦੀ ਲੋੜ ਹੋਵੇਗੀ। ਪਰ ਸਾਡੀ ਜ਼ਮੀਨ ਤਾਂ ਉਨੀ ਹੀ ਹੈ। ਧਰਤੀ ਦਾ ਖੇਤਰਫਲ ਤੇ ਭਾਰਤ ਦਾ ਵੱਧ ਨਹੀਂ ਸਕਦਾ। ਉਸ ਧਰਤੀ ਦੇ ਵਿੱਚ ਕੁਝ ਪਾਣੀ ਦੇ ਸਰੋਤ ਵੀ ਹੋਣਗੇ, ਕੁਛ ਇੱਕ ਤੇ ਅਸੀਂ ਵੀ ਰਹਿੰਦੇ ਹਾਂ, ਭਾਵ ਮਾਨਵ ਰਹਿੰਦਾ ਹੈ, ਪਸ਼ੂ ਪਕਸ਼ੀ ਰਹਿੰਦੇ ਹਨ, ਪਹਾੜ ਹਨ, ਤੇ ਫਿਰ ਬਾਕੀ ਬਚੀ ਥੋੜੀ ਜਿਹੀ ਭੂਮੀ ਜਿਸ ਦੇ ਉੱਤੇ ਖੇਤੀ ਕੀਤੀ ਜਾ ਸਕਦੀ ਹੈ। ਹੁਣ ਇੰਨੀ ਜ਼ਿਆਦਾ ਜਨਸੰਖਿਆ ਪੂਰੇ ਵਿਸ਼ਵ ਦੇ ਵਿੱਚ ਦੂਸਰੇ ਨੰਬਰ ਤੇ ਉਹਨਾਂ ਦਾ ਪੇਟ ਵੀ ਭਰਨਾ ਹੈ, ਅਨਾਜ ਪੈਦਾ ਕਰਨਾ ਹੈ। ਇਸ ਦਾ ਮਤਲਬ ਹੈ ਕਿ ਜੋ ਭੂਮੀ ਸਾਡੇ ਕੋਲ ਉਪਲਬਧ ਹੈ, ਜਿਹੜੀ ਭੂਮੀ ਸਾਡੇ ਕੋਲ ਇਸ ਟਾਈਮ ਹੈ, ਉਸ ਦੀ ਉਪਜਾਊ ਸ਼ਕਤੀ ਵਧਾਈ ਜਾਵੇ, ਮਿੱਟੀ ਦੀ ਉਪਜਾਊ ਸ਼ਕਤੀ ਵਧਾਈ ਜਾਵੇ। ਪਿਛਲੀਆਂ ਜਮਾਤਾਂ 'ਚ ਤੁਸੀਂ ਪੜ੍ਹਿਆ ਹੈ, ਕੀ ਪੜ੍ਹਿਆ ਭਲਾ? ਯਾਦ ਕਰੋ ਜਰਾ। ਆਇਆ ਯਾਦ ਕਿ ਨਹੀਂ? ਹਾਂ, ਖਾਦਾਂ ਪਾਉਂਦੇ ਹਾਂ ਅਸੀਂ। ਕਿਹੜੀਆਂ ਕਿਹੜੀਆਂ? ਰੂੜੀ ਖਾਦ ਪਾ ਦਿੰਦੇ ਹਾਂ, ਜਿਸ ਨੂੰ ਅਸੀਂ ਦੇਸੀ ਖਾਦ ਕਹਿ ਦਿੰਦੇ ਹਾਂ। ਅਸੀਂ ਉਪਜਾਊ ਸ਼ਕਤੀ ਵਧਾਉਣ ਦੇ ਲਈ ਰਸਾਇਣਿਕ ਖਾਦਾਂ ਵੀ ਪਾਉਂਦੇ ਹਾਂ। ਕੁਝ ਰਸਾਇਣਿਕ ਖਾਦਾਂ ਦੇ ਨਾਂ ਯਾਦ ਹਨ? ਜੇ ਯਾਦ ਹਨ ਤਾਂ ਉਹਨਾਂ ਨੂੰ ਲਿਖੋ ਆਪਣੀ ਕਾਪੀ ਦੇ ਵਿੱਚ। ਆਪਣੇ ਅਧਿਆਪਕ ਸਾਹਿਬਾਨ ਕੋਲੋਂ ਵੀ ਪੁੱਛਣਾ। ਯੂਰੀਆ, NPK, ਇਹੋ ਜਿਹੀਆਂ ਖਾਦਾਂ ਪਾ ਕੇ ਅਸੀਂ ਆਪਣੀ ਧਰਤੀ ਦੀ, ਭੂਮੀ ਦੀ ਉਪਜਾਊ ਸ਼ਕਤੀ ਵਧਾਉਂਦੇ ਹਾਂ। ਪਰ ਜਾਣਦੇ ਹੋ, ਇਸ ਤੋਂ ਇਲਾਵਾ ਵੀ ਇੱਕ ਸਾਧਨ ਹੈ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਦਾ। ਉਹ ਸਾਧਨ ਹੈ ਸੂਖਮ ਜੀਵ। ਬਿਲਕੁਲ ਸਹੀ ਸੁਣਿਆ ਤੁਸੀਂ। ਖਾਦਾਂ ਤੋਂ ਇਲਾਵਾ ਵੀ ਸੂਖਮ ਜੀਵ ਇਸ ਧਰਤੀ ਦੀ ਪੈਦਾਵਾਰ ਸ਼ਕਤੀ ਜਾਂ ਉਪਜਾਊ ਸ਼ਕਤੀ ਵਧਾਉਣ ਦਾ ਕੰਮ ਕਰਦੇ ਹਨ। ਕੁਝ ਜੀਵਾਣੂ, ਜਿਹੜੀ ਵਾਯੂਮੰਡਲ ਦੇ ਵਿੱਚ ਨਾਈਟ੍ਰੋਜਨ ਹੁੰਦੀ ਹੈ ਨਾ, ਗੈਸਾਂ ਹੁੰਦੀਆਂ ਵੱਖ-ਵੱਖ ਸਾਡੇ ਵਾਯੂਮੰਡਲ ਦੇ ਵਿੱਚ, ਕੁਛ ਇੱਕ ਆਕਸੀਜਨ, ਕੁਛ ਇੱਕ ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਵੀ ਹੁੰਦੀ ਹੈ। ਤੇ ਕੁਝ ਜੀਵਾਣੂਆਂ ਦਾ ਪਤਾ ਕੀ ਕੰਮ ਹੈ ਕਿ ਉਸ ਨਾਈਟ੍ਰੋਜਨ ਦੇ ਜੋ ਵਾਤਾਵਰਣ ਦੇ ਵਿੱਚ ਮੌਜੂਦ ਹੈ, ਉਸ ਦਾ ਸਥਿਰੀਕਰਨ ਕਰ ਦਿੰਦੀਆਂ ਹਨ। ਉਹ ਜਿਹੜੇ ਜੀਵਾਣੂ ਹਨ, ਵਾਯੂਮੰਡਲ ਦੇ ਵਿੱਚ ਜਿਹੜੀਆਂ ਗੈਸਾਂ ਹਨ, ਉਹਨਾਂ ਵਿੱਚੋਂ ਨਾਈਟ੍ਰੋਜਨ ਦਾ ਸਥਿਰੀਕਰਨ ਕਰਦੀਆਂ ਹਨ ਔਰ ਧਰਤੀ ਦੀ ਉਪਜਾਊ ਸ਼ਕਤੀ ਵਧਾ ਦਿੰਦੀਆਂ ਹਨ। ਇਸ ਨੂੰ ਅਸੀਂ ਨਾਈਟ੍ਰੋਜਨ ਸਥਿਰੀਕਰਨ ਵੀ ਕਹਿੰਦੇ ਹਨ। ਅਤੇ ਇਹਨਾਂ ਜੀਵਾਣੂਆਂ ਨੂੰ ਜੈਵਿਕ ਨਾਈਟ੍ਰੋਜਨ ਸਥਿਰੀਕਾਰਕ ਕਿਹਾ ਜਾਂਦਾ ਹੈ। ਸੋ ਚੰਗੀ ਤਰ੍ਹਾਂ ਤੁਹਾਨੂੰ ਯਾਦ ਹੋਣਾ ਹੈ ਜੋ ਮੈਂ ਤੁਹਾਨੂੰ ਸਮਝਾਇਆ ਕਿ ਖਾਦਾਂ ਤੋਂ ਇਲਾਵਾ ਵੀ ਸੂਖਮ ਜੀਵ ਸਾਡੀ ਮਦਦ ਕਰਦੇ ਹਨ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਵਿੱਚ, ਤਾਂ ਕਿ ਵੱਧ ਤੋਂ ਵੱਧ ਅਨਾਜ ਪੈਦਾ ਕੀਤਾ ਜਾ ਸਕੇ ਅਤੇ ਇੰਨੀ ਜਨਸੰਖਿਆ, ਵੱਡੀ ਜਨਸੰਖਿਆ ਵਾਲੇ ਦੇਸ਼ ਦਾ ਵੱਖ-ਵੱਖ ਲੋਕਾਂ ਦਾ ਪੇਟ ਭਰਿਆ ਜਾ ਸਕੇ। ਸੋ ਅਸੀਂ ਸਿੱਖ ਲਿਆ ਕਿ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਵਿੱਚ ਵੀ ਜੀਵਾਣੂਆਂ ਦੀ ਜਾਂ ਸੂਖਮ ਜੀਵਾਂ ਦੀ ਮਹੱਤਵਪੂਰਨ ਭੂਮਿਕਾ ਹੈ। ਅਸੀਂ ਹੋਰ ਵੀ ਸਿੱਖਾਂਗੇ ਹਾਲੇ ਗੁਣਾਂ ਦੇ ਬਾਰੇ। ਵਿਦਿਆਰਥੀਓ, ਕੀ ਤੁਸੀਂ ਜਾਣਦੇ ਹੋ ਕਿ ਸੂਖਮ ਜੀਵ ਵਾਤਾਵਰਣ ਦੀ ਸਫਾਈ ਦੇ ਵਿੱਚ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ? ਇਸ ਵੀਡੀਓ ਦੇ ਰਾਹੀਂ ਅਸੀਂ ਇਹੀ ਸਿੱਖਾਂਗੇ ਕਿ ਸੂਖਮ ਜੀਵ ਵਾਤਾਵਰਣ ਦੀ ਸਫਾਈ ਕਿਵੇਂ ਕਰਦੇ ਹਨ। ਇਹ ਤੁਹਾਡੇ ਲਈ ਜਾਣਨਾ ਬਹੁਤ ਹੀ ਮਹੱਤਵਪੂਰਨ ਹੈ। ਪਿਆਰੇ ਵਿਦਿਆਰਥੀਓ, ਹੁਣ ਤੱਕ ਤੁਸੀਂ ਸੂਖਮ ਜੀਵਾਂ ਦੇ 3 ਲਾਭ ਦੇਖੇ। ਪਹਿਲਾ, ਦਵਾਈਆਂ ਤਿਆਰ ਕਰਨਾ, ਪ੍ਰਤੀਜੈਵਿਕ ਦਵਾਈਆਂ, ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਹਾਂ? ਐਂਟੀਬਾਇਓਟਿਕ। ਬਿਲਕੁਲ ਠੀਕ ਕਿਹਾ। ਦੂਸਰਾ, ਅਸੀਂ ਲਾਭ ਦੇਖਿਆ ਟੀਕਿਆਂ ਦਾ। ਕਿਹੜੇ ਟੀਕੇ? ਜਿਹੜੇ ਸਾਨੂੰ ਨਿੱਕੇ ਹੁੰਦਿਆਂ ਕਈ ਬਿਮਾਰੀਆਂ ਤੋਂ ਬਚਾਉਣ ਲਈ ਲਗਾਏ ਜਾਂਦੇ ਹਨ। ਕਿਹੜੀਆਂ-ਕਿਹੜੀਆਂ ਬਿਮਾਰੀਆਂ ਭਲਾ? ਪੋਲੀਓ, ਚੇਚਕ, ਇਹੋ ਜਿਹੀਆਂ ਬਿਮਾਰੀਆਂ ਬਚਾਉਣ ਲਈ। ਤੀਸਰਾ ਲਾਭ ਅਸੀਂ ਦੇਖਿਆ, ਇੰਨੀ ਵੱਡੀ ਜਨਸੰਖਿਆ ਦੇ ਪੇਟ ਭਰਨ ਦੇ ਲਈ ਅਨਾਜ ਪੈਦਾ ਕਰਨਾ, ਤੇ ਉਸ ਦੇ ਲਈ ਕੀ ਕਰਨਾ? ਭੂਮੀ ਦੀ ਉਪਜਾਊ ਸ਼ਕਤੀ ਵਧਾਉਣਾ। ਹੁਣ ਅਸੀਂ ਇੱਕ ਹੋਰ ਲਾਭ ਦੇਖਾਂਗੇ।
ਆਪਣੇ ਦਿਮਾਗ 'ਚ ਸੋਚੋ ਕਿ ਤੁਸੀਂ ਸਬਜ਼ੀ ਕੱਟੀ, ਉਹਦੇ ਛਿਲਕੇ ਬਾਹਰ ਸੁੱਟ ਦਿੱਤੇ, ਫਲ ਖਾਦੇ, ਉਹਨਾਂ ਦੇ ਛਿਲਕੇ ਬਾਹਰ ਸੁੱਟ ਦਿੱਤੇ, ਕੋਈ ਪੰਛੀ ਮਰ ਗਿਆ, ਉਹ ਬਾਹਰ ਡਿੱਗਿਆ ਹੋਇਆ ਹੈ, ਕੋਈ ਜੰਤੂ ਪਸ਼ੂ ਮਰ ਗਏ, ਉਹ ਵੀ ਬਾਹਰ ਗਿਰੇ ਹੋਏ ਹਨ। ਜੇ ਸਾਰੇ ਹੀ ਇਦਾਂ ਹੀ ਰਹਿਣ ਤਾਂ ਸਾਡਾ ਤਾਂ ਇਸ ਧਰਤੀ ਦੇ ਉੱਤੇ ਰਹਿਣਾ ਹੀ ਮੁਸ਼ਕਿਲ ਹੋ ਜਾਵੇਗਾ। ਕਦੀ ਨੋਟ ਕੀਤਾ ਇਹ ਸਾਰੇ ਹੀ ਖਤਮ ਹੋ ਜਾਂਦੇ ਹੌਲੀ ਹੌਲੀ, ਤੇ ਸਾਡੀ ਧਰਤੀ ਫਿਰ ਲਗਭਗ ਸਾਫ਼ ਹੁੰਦੀ ਹੈ। ਸਿਰਫ ਉਹੀ ਪਦਾਰਥ ਖਤਮ ਨਹੀਂ ਹੁੰਦੇ ਜਿਨ੍ਹਾਂ ਨੂੰ ਇਹ ਵਾਤਾਵਰਣ ਦੇ ਵਿੱਚ ਖਤਮ ਨਹੀਂ ਕੀਤਾ ਜਾ ਸਕਦਾ, ਜਿਵੇਂ ਪਲਾਸਟਿਕ ਵਗੈਰਾ। ਸਰਕਾਰ ਬਾਰ-ਬਾਰ ਕਹਿੰਦੀ ਹੈ ਕਿ ਪਲਾਸਟਿਕ ਨਾ ਵਰਤੋ, ਪਰ ਇਸ ਤੋਂ ਇਲਾਵਾ ਜਿਹੜੇ ਮ੍ਰਿਤ ਜੀਵ, ਕੋਈ ਪੇੜ ਪੌਦੇ ਜਿਹੜੇ ਮਰ ਜਾਂਦੇ ਹਨ, ਕੋਈ ਛਿਲਕੇ, ਕੋਈ ਭੋਜਨ ਪਦਾਰਥ, ਇਹ ਸਭ ਖਤਮ ਹੋ ਜਾਂਦੇ ਆ। ਜੇ ਇਹ ਨਾ ਖਤਮ ਹੁੰਦੇ ਤਾਂ ਸਾਡਾ ਤਾਂ ਰਹਿਣਾ ਹੀ ਮੁਸ਼ਕਿਲ ਹੋ ਜਾਣਾ ਸੀ ਇਸ ਜ਼ਮੀਨ ਦੇ ਉੱਤੇ। ਹੁਣ ਮੈਂ ਜੇ ਕਹਿ ਦਾਂਗਾ ਕਿ ਇਹ ਸੂਖਮ ਜੀਵ ਹੀ ਕਰਦੇ ਹਨ ਤਾਂ ਤੁਸੀਂ ਫੇਰ ਹੈਰਾਨ ਹੋਵੋਗੇ, ਪਰ ਇਹ ਸੱਚਾਈ ਹੈ। ਇਹਨਾਂ ਸਾਰਿਆਂ ਨੂੰ ਸੂਖਮ ਜੀਵ ਹੀ ਖਤਮ ਕਰਦੇ ਹਨ। ਤੁਹਾਨੂੰ ਆਮ ਜ਼ਿੰਦਗੀ 'ਚੋਂ ਇੱਕ ਉਦਾਹਰਣ ਦਿੰਨਾ। ਇੱਕ ਵਾਰੀ ਮੈਂ ਨਾ ਪਿੰਡ 'ਚ ਗਿਆ ਆਪਣੇ ਬੱਚੇ ਨਾਲ ਲੈ ਕੇ, ਤਾਂ ਉੱਥੇ ਥਾਂ ਥਾਂ ਤੇ ਨਾ ਰੂੜੀ ਖਾਦ ਦੇ ਢੇਰ ਲੱਗੇ ਹੋਏ ਸਨ, ਦੇਸੀ ਖਾਦ। ਤੇ ਮੇਰੇ ਬੱਚੇ ਕਹਿਣ, ਦੇਖੋ ਕਿੰਨਾ ਗੰਦਗੀ ਦੇ ਢੇਰ ਲੱਗੇ ਹੋਏ ਹਨ। ਤਾਂ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਬੇਟਾ, ਇਹ ਗੰਦਗੀ ਦੇ ਢੇਰ ਨਹੀਂ ਹਨ, ਇਹ ਰੂੜੀ ਖਾਦ ਹੈ। ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਰੂੜੀ ਖਾਦ ਬਣਦੀ ਕਿਵੇਂ ਹੈ। ਤਾਂ ਫਿਰ ਉਹਨਾਂ ਨੂੰ ਦੱਸਿਆ ਕਿ ਜੋ ਸਾਰੇ ਪਿੰਡ ਦੇ ਜਾਨਵਰਾਂ ਦਾ, ਪਸ਼ੂਆਂ ਦਾ ਗੋਇਆ ਹੈ, ਉਹ ਲਿਆ ਕੇ ਇਸ ਜਗ੍ਹਾ ਦੇ ਉੱਤੇ ਜਾਂ ਖੱਡੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਉਸੇ ਤਰ੍ਹਾਂ ਜੋ ਛਿਲਕੇ ਜਾਂ ਹੋਰ ਕੁਝ ਚੀਜ਼ਾਂ ਜਿਹੜੀਆਂ ਖਤਮ ਹੋ ਸਕਦੀਆਂ ਹਨ, ਉਹ ਵੀ ਇਹਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਹਨ। ਪਰ ਧਿਆਨ ਰੱਖਿਆ ਜਾਂਦਾ ਹੈ ਕਿ ਪਲਾਸਟਿਕ ਵਗੈਰਾ ਇਹਨਾਂ ਦੇ ਵਿੱਚ ਨਾ ਸੁੱਟਿਆ ਜਾਵੇ। ਤੇ ਬੇਟਾ ਫਿਰ ਇਹ ਹੌਲੀ ਹੌਲੀ ਨਾ ਸਾਰੇ ਗਲ ਜਾਂਦੇ ਆ ਸਮਾਂ ਪਾ ਕੇ, ਤੇ ਫਿਰ ਖਤਮ ਹੋ ਜਾਂਦੇ ਆ। ਹੁਣ ਮੇਰੇ ਬੱਚੇ ਬੜੇ ਹੈਰਾਨ ਹੋਏ, ਕਹਿੰਦੇ ਜੀ ਥੋੜੇ ਦਿਨਾਂ ਬਾਅਦ ਇਹ ਖਤਮ ਕਿੱਦਾਂ ਹੋ ਜਾਂਦੇ ਆ। ਫਿਰ ਉਹਨਾਂ ਨੂੰ ਮੈਂ ਸਮਝਾਇਆ, ਔਰ ਤੁਸੀਂ ਵੀ ਇਹ ਚੰਗੀ ਤਰ੍ਹਾਂ ਸਮਝਣਾ ਹੈ ਕਿ ਰੂੜੀ ਖਾਦ ਜਾਂ ਦੇਸੀ ਖਾਦ ਬਣਾਉਣ ਦੇ ਵਿੱਚ ਵੀ ਤੁਸੀਂ ਵੀ ਆਪਣੇ ਸਕੂਲ ਦੇ ਵਿੱਚ ਕਈਆਂ ਨੇ ਮਾਲੀ ਨੂੰ ਵੀ ਦੇਖਿਆ ਹੋਣਾ ਇਹੋ ਜਿਹੀਆਂ ਖਾਦਾਂ ਬਣਾਉਣ ਦੇ ਵਾਰੀ, ਕਿ ਪੇੜ ਪੌਦਿਆਂ ਦੇ ਪੱਤੇ ਵਗੈਰਾ ਉਹ ਲਿਆ ਕੇ ਇੱਕ ਟੋਏ ਦੇ ਵਿੱਚ ਸੁੱਟ ਦਿੰਦਾ ਹੈ, ਥੋੜੇ ਦਿਨਾਂ ਦੇ ਬਾਅਦ ਉਹ ਖਾਦ 'ਚ ਬਦਲ ਜਾਂਦੇ ਆ। ਜੇ ਤੁਸੀਂ ਨਹੀਂ ਕੀਤਾ, ਆਪਣੇ ਆਪ ਇੱਕ ਪ੍ਰਯੋਗ ਵੀ ਕਰ ਸਕਦੇ ਹੋ ਆਪਣੇ ਸਕੂਲ ਦੇ ਵਿੱਚ। ਤੁਹਾਡੇ ਸਕੂਲ ਦੇ ਵਿੱਚ ਮਿਡ ਡੇ ਮੀਲ ਬਣਦਾ ਹੈ, ਉਸ ਦੇ ਵਿੱਚ ਕਈ ਛਿਲਕੇ ਹੁੰਦੇ ਹਨ, ਕਈ ਦਾਲਾਂ ਨੂੰ ਸਾਫ਼ ਕਰਕੇ ਉਹਨਾਂ ਵਿੱਚੋਂ ਦੀ ਕੁਛ ਇੱਕ ਭੋਜਨ ਪਦਾਰਥ ਬਚ ਜਾਂਦੇ ਹਨ। ਉਹ ਸਾਰੇ ਦੇ ਸਾਰੇ ਤੁਸੀਂ ਕੀ ਕਰਨੇ ਆ, ਇੱਕ ਖੱਡੇ 'ਚ ਸੁੱਟ ਦੇਣੇ। ਫਿਰ ਤੁਸੀਂ ਦੇਖੋਗੇ ਕਿ ਮਹੀਨੇ ਬਾਅਦ ਜਾਂ ਕੁਝ ਦਿਨਾਂ ਦੇ ਬਾਅਦ ਉਹ ਸਾਰੇ ਹੀ ਰੂੜੀ ਖਾਦ ਦੇ ਵਿੱਚ ਬਦਲ ਗਏ ਹਨ। ਇਹ ਹੁੰਦਾ ਕਿਸ ਤਰ੍ਹਾਂ ਹੈ? ਸਦੀਆਂ ਤੋਂ ਹੁੰਦਾ ਆਇਆ, ਪਰ ਅੱਜ ਤੱਕ ਸੋਚਿਆ ਹੀ ਨਹੀਂ ਹੋਣਾ ਤੁਸੀਂ ਕਦੀ ਵੀ। ਵਿਗਿਆਨ ਸਾਨੂੰ ਇਹ ਵੀ ਸੋਚ ਦਿੰਦਾ ਹੈ ਕਿ ਸਾਡੇ ਆਲੇ ਦੁਆਲੇ ਜੋ ਕੁਝ ਹੋ ਰਿਹਾ ਹੈ, ਉਸ ਨੂੰ ਅਸੀਂ ਵਿਗਿਆਨਿਕ ਨਜ਼ਰੀਏ ਨਾਲ ਵੀ ਵੇਖੀਏ। ਇਹ ਰੂੜੀ ਖਾਦ ਵੀ ਸੂਖਮ ਜੀਵਾਂ ਦੇ ਨਾਲ ਹੀ ਬਣਦੀ ਹੈ। ਵਿਦਿਆਰਥੀਓ, ਸੂਖਮ ਜੀਵ ਮ੍ਰਿਤ ਪੌਦਿਆਂ ਅਤੇ ਜੰਤੂਆਂ ਦੇ ਜੀਵ ਪਦਾਰਥਾਂ ਦਾ ਅਪਘਟਨ ਕਰਕੇ ਇਹਨਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਅਤੇ ਇਹਨਾਂ ਸਰਲ ਪਦਾਰਥਾਂ ਦਾ ਫਿਰ ਜੀਵਾਂ ਅਤੇ ਜੰਤੂਆਂ ਜਾਂ ਪੌਦਿਆਂ ਦੁਆਰਾ ਪ੍ਰਯੋਗ ਕਰ ਲਿਆ ਜਾਂਦਾ ਹੈ। ਇਸ ਤਰ੍ਹਾਂ ਸੂਖਮ ਜੀਵ ਵਾਤਾਵਰਣ ਦੇ ਵਿੱਚੋਂ ਬਦਬੂਦਾਰ ਪਦਾਰਥਾਂ ਦਾ ਅਪਘਟਨ ਕਰਕੇ ਵਾਤਾਵਰਣ ਨੂੰ ਸਾਫ਼ ਰੱਖਣ ਦੇ ਵਿੱਚ ਸਹਾਈ ਹੁੰਦੇ ਹਨ। ਤੇ ਚਲੋ ਆਓ ਇਸ ਲੈਕਚਰ ਦੇ ਅੰਤ ਵਿੱਚ ਅਸੀਂ ਦੇਖੀਏ ਕਿ ਅਸੀਂ ਅੱਜ ਕੀ ਸਿੱਖਿਆ ਹੈ। ਇਸ ਲੈਕਚਰ ਦੇ ਦੌਰਾਨ ਅਸੀਂ ਸਿੱਖਿਆ ਕਿ ਸੂਖਮ ਜੀਵਾਂ ਦੇ ਕੀ ਲਾਭ ਹੁੰਦੇ ਹਨ, ਟੀਕਾ ਕੀ ਹੁੰਦਾ ਹੈ, ਪ੍ਰਤੀਜੈਵਿਕ ਦਵਾਈਆਂ ਕੀ ਹੁੰਦੀਆਂ ਹਨ। ਅਸੀਂ ਕੁਝ ਪ੍ਰਤੀਜੈਵਿਕ ਦਵਾਈਆਂ ਦੇ ਨਾਂ ਵੀ ਸਿੱਖੇ। ਅਸੀਂ ਫਿਰ ਇਸ ਪਾਠ ਦੇ ਵਿੱਚ
ਬੱਚਿਆਂ ਨੂੰ ਹੋਣ ਵਾਲੇ ਰੋਗ ਇਹਨਾਂ ਦੇ ਬਾਰੇ ਵੀ ਸਿੱਖਿਆ। ਪਿਆਰੇ ਵਿਦਿਆਰਥੀਓ, ਤਾਂ ਚਲੋ ਅੰਤ ਵਿੱਚ ਅਸੀਂ ਦੁਹਰਾ ਲਈਏ। ਹੇਠਾਂ ਸਕਰੀਨ ਦੇ ਉੱਤੇ ਤੁਹਾਨੂੰ ਕੁਝ ਪ੍ਰਸ਼ਨ ਦਿਖਾਈ ਦੇ ਰਹੇ ਹਨ। ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਆਪਣੀ ਨੋਟਬੁੱਕ ਦੇ ਵਿੱਚ ਲਿਖਣਾ ਹੈ, ਇਹਨਾਂ ਦੇ ਉੱਤਰ ਲਿਖਣੇ ਹਨ, ਫਿਰ ਆਪਣੇ ਅਧਿਆਪਕ ਸਹਿਬਾਨ ਕੋਲੋਂ ਚੈੱਕ ਵੀ ਕਰਵਾਉਣੇ ਹਨ। ਪਹਿਲਾ ਪ੍ਰਸ਼ਨ ਹੈ, ਪ੍ਰਤੀਜੈਵਿਕ ਦਵਾਈਆਂ ਕੀ ਹੁੰਦੀਆਂ ਹਨ? ਪ੍ਰਤੀਜੈਵਿਕ ਦਵਾਈਆਂ ਕੀ ਹੁੰਦੀਆਂ ਹਨ? ਦੂਸਰਾ ਪ੍ਰਸ਼ਨ ਹੈ, 3 ਪ੍ਰਤੀਜੈਵਿਕ ਦਵਾਈਆਂ ਦੇ ਨਾਂ ਲਿਖੋ। 3 ਪ੍ਰਤੀਜੈਵਿਕ ਦਵਾਈਆਂ ਦੇ ਨਾਂ ਲਿਖੋ। ਤੀਸਰਾ ਪ੍ਰਸ਼ਨ, ਟੀਕਾ ਕੀ ਹੁੰਦਾ ਹੈ? ਟੀਕਾ ਕੀ ਹੁੰਦਾ ਹੈ? ਚੌਥਾ ਤੇ ਆਖਰੀ ਪ੍ਰਸ਼ਨ, ਜੈਵਿਕ ਨਾਈਟ੍ਰੋਜਨ ਸਥਿਰੀਕਾਰਕ ਕੀ ਹੁੰਦੇ ਹਨ? ਜੈਵਿਕ ਨਾਈਟ੍ਰੋਜਨ ਸਥਿਰੀਕਾਰਕ ਕੀ ਹੁੰਦੇ ਹਨ? ਸੋ ਵਿਦਿਆਰਥੀਓ, ਆਸ ਹੈ ਕਿ ਤੁਸੀਂ ਇਹਨਾਂ ਚਾਰਾਂ ਪ੍ਰਸ਼ਨਾਂ ਨੂੰ ਆਪਣੀ ਨੋਟਬੁੱਕ ਦੇ ਉੱਤੇ ਨੋਟ ਕਰ ਲਿਆ ਹੋਵੇਗਾ ਤੇ ਇਹਨਾਂ ਦੇ ਉੱਤਰ ਵੀ ਲਿਖ ਕੇ ਆਪਣੇ ਅਧਿਆਪਕ ਸਾਹਿਬਾਨ ਨੂੰ ਜ਼ਰੂਰ ਦਿਖਾਓਗੇ। ਪਿਆਰੇ ਵਿਦਿਆਰਥੀਓ, ਅੱਜ ਦੇ ਲੈਕਚਰ ਦੇ ਵਿੱਚ ਅਸੀਂ ਸਿੱਖਿਆ ਕਿ ਸੂਖਮ ਜੀਵਾਂ ਦੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਲਾਭ ਹਨ। ਇਹ ਸਾਡੇ ਮਿੱਤਰ ਹਨ। ਇਹ ਪ੍ਰਤੀਜੈਵਿਕ ਦਵਾਈਆਂ ਬਣਾਉਣ ਦੇ ਕੰਮ ਆਉਂਦੇ ਹਨ ਜੋ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਸੂਖਮ ਜੀਵ ਛੋਟੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਣ ਦੇ ਲਈ ਟੀਕੇ ਬਣਾਉਣ ਦੇ ਕੰਮ ਵੀ ਆਉਂਦੇ ਹਨ, ਜਿਵੇਂ ਚੇਚਕ, ਪੋਲੀਓ ਵਗੈਰਾ ਦਾ ਟੀਕਾ। ਸੂਖਮ ਜੀਵ ਬਹੁਤ ਹੀ ਮਹੱਤਵਪੂਰਨ ਕੰਮ ਕਰਦੇ ਹਨ ਧਰਤੀ ਦੇ ਵਿੱਚ ਨਾਈਟ੍ਰੋਜਨ ਫਿਕਸੇਸ਼ਨ ਦਾ, ਤੇ ਧਰਤੀ ਨੂੰ ਉਪਜਾਊ ਬਣਾਉਂਦੇ ਹਨ। ਹੋਰ ਤਾਂ ਹੋਰ ਇਹ ਸਾਰੇ ਵਾਤਾਵਰਣ ਨੂੰ ਸਾਡੇ ਰਹਿਣਯੋਗ ਬਣਾਉਣ ਦੇ ਲਈ ਵੀ ਸੂਖਮ ਜੀਵਾਂ ਦੀ ਇੱਕ ਮਹੱਤਵਪੂਰਨ ਭੂਮਿਕਾ ਹੈ। ਇਹ ਸਾਡੇ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਬਦਬੂ ਰਹਿਤ ਬਣਾਉਂਦੇ ਹਨ। ਆਸ ਹੈ ਕਿ ਤੁਸੀਂ ਅੱਜ ਦੇ ਲੈਕਚਰ ਨੂੰ ਚੰਗੀ ਤਰ੍ਹਾਂ ਸਮਝਿਆ ਹੋਵੇਗਾ ਅਤੇ ਇਸ ਦੇ ਸੂਖਮ ਜੀਵਾਂ ਦੇ ਲਾਭਾਂ ਦੇ ਬਾਰੇ ਵੀ ਚੰਗੀ ਤਰ੍ਹਾਂ ਜਾਣੂ ਹੋ ਗਏ ਹੋਵੋਗੇ। ਧੰਨਵਾਦ।